Hello students, as we are doing the chapter number 12 of class 10th, reflection, in which we have done the first exercise in our first part. Now we are moving to the second exercise where I have taken a question that point 3, 0 and minus 1, 0 are invariant point under the reflection of L1 and the point 0, minus 3 and 0, 1 are invariant in the reflection of L2. Write down the name of L1 and N2, then find the image of P and Q in L1. ठीक है बेटा? On that day we also discuss little bit about invariant point. Invariant points are those बेटा जिन्हों ਆਪਾਂ reflect करिए किसी चीज ते ਉਹਨਾਂ ਦੇ ਵਿੱਚ ਕੋਈ ਵੀ change ਨਾ ਆਏ ਕਿਉਂ? For example मैं ਕਿਸੇ ਨੂੰ ਇਹਨੂੰ reflect ਕਰਾਂ I have taken a point 0, 0. मैं कहूँ 0, 0 ਨੂੰ ਤੁਸੀਂ reflect ਕਰਾਓ ਬੇਟਾ x axis ਤੇ does it will change? No. If I say reflect it into the y axis, does it going to change? Nothing. Therefore, the 0, 0 is invariant point in x axis as well as in y axis. Means invariant point ਹੋਣ ਵਾਸਤੇ ਬੇਟਾ one coordinate should be 0. ਦੋਨਾਂ ਦੇ ਵਿੱਚੋਂ ਇੱਕ ਕੋਆਰਡੀਨੇਟ ਕੀ ਹੋਣਾ ਚਾਹੀਦਾ ਵਾ ਬੇਟਾ 0 ਹੋਣਾ ਚਾਹੀਦਾ ਵਾ ਚਾਹੇ x ਵਾਲਾ ਹੋਵੇ ਚਾਹੇ y ਵਾਲਾ ਜਾਂ ਦੋਨੇ ਵੀ ਹੋ ਸਕਦੇ ਨੇ ਠੀਕ ਹੈ ਸੋ ਫॉर ਐਗਜ਼ਾਮਪਲ ਹੇਅਰ 3, 0 ਦੇਖੋ ਇੱਕ ਕੋਆਰਡੀਨੇਟ ਕੀ ਆ 0 ਇੱਥੇ ਵੀ ਇੱਕ 0 ਵਾ ਇੱਥੇ ਵੀ ਇੱਕ 0 ਵਾ ਇੱਥੇ ਵੀ ਇੱਕ ਕੀ ਹੈਗਾ ਵਾ ਬੇਟਾ 0 ਹੁਣ ਕਿਸ ਚੀਜ਼ ਤੇ ਮੈਂ ਇਹਨੂੰ ਰਿਫਲੈਕਟ ਕਰਾਵਾਂ ਕਿ ਇਹਦੇ ਚ ਕੋਈ ਚੇਂਜ ਨਾ ਆਵੇ ਠੀਕ ਹੈ ਬੇਟਾ ਦੇਖੋ ਜੇ ਆਪਾਂ ਇਹਨੂੰ y ਐਕਸਿਸ ਤੇ ਰਿਫਲੈਕਟ ਕਰਾਵਾਂਗੇ y एक्सिस ਤੇ ਰਿਫਲੈਕਟ ਕਰਾਓਗੇ ਤੇ ਕਿਹੜਾ ਚੇਂਜ ਹੋਏਗਾ ਬੇਟਾ x ਵਾਲਾ ਕਿਹੜਾ ਚੇਂਜ ਹੋਏਗਾ x ਵਾਲਾ ਤੇ ਜੇਕਰ ਆਪਾਂ ਇਹਨੂੰ x ਐਕਸਿਸ ਤੇ ਰਿਫਲੈਕਟ ਕਰਾਵਾਂਗੇ ਕਿਹੜਾ ਚੇਂਜ ਹੋਏਗਾ y ਵਾਲਾ ਇਫ ਮੈਂ ਇਹਨੂੰ ਰਿਫਲੈਕਟ ਕਰਾਉਣਾ x ਐਕਸਿਸ ਤੇ ਸੋ ਪੁਆਇੰਟ ਕੀ ਆਏਗਾ ਬੇਟਾ 3, 0 ਕਿਉਂਕਿ y ਵਾਲੇ ਨੇ ਚੇਂਜ ਹੋਣਾ ਸੀ ਬਟ y ਵਾਲਾ ਪਹਿਲਾਂ ਕੀ ਹੈਗਾ ਵਾ 0 ਨਾਲ ਨੈਗੇਟਿਵ ਨੰਬਰ ਵੀ ਮੀਨਸ ਕੀ ਹੋ ਗਿਆ ਬੇਟਾ 0 ਸੋ ਮੀਨਸ ਇਹਨੂੰ ਆਪਾਂ ਕਾਦੇ ਤੇ ਰਿਫਲੈਕਟ ਕਰਾਵਾਂਗੇ ਬੇਟਾ x ਐਕਸਿਸ ਤੇ ਕਾਦੇ ਤੇ x ਐਕਸਿਸ ਤੇ ਮੀਨਸ ਜੇ y ਵਾਲਾ 0 ਵਾ ਤੇ x ਐਕਸਿਸ ਤੇ ਜੇ x ਵਾਲਾ 0 ਵਾ ਤੇ ਕਾਦੇ ਤੇ ਰਿਫਲੈਕਟ ਕਰਾਵਾਂਗੇ y ਐਕਸਿਸ ਤੇ ਸੋ ਤੁਹਾਡੇ ਕੋ L1 ਲਾਈਨ ਕਿਹੜੀ ਆ ਗਈ ਬੇਟਾ x ਐਕਸਿਸ ਤੇ L2 ਲਾਈਨ ਕਿਹੜੀ ਆ ਗਈ ਬੇਟਾ y ਐਕਸਿਸ ਇਹਦਾ ਮਤਲਬ ਕੀ ਹੈਗਾ ਵਾ ਕਿ ਜੇਕਰ ਇਸ ਪੁਆਇੰਟ ਨੂੰ ਆਪਾਂ x ਐਕਸਿਸ ਤੇ ਰਿਫਲੈਕਟ ਕਰਾਵਾਂਗੇ ਇਹਦੇ ਵਿੱਚ ਕੋਈ ਚੇਂਜ ਨਹੀਂ ਹੋਏਗੀ ਇਸ ਪੁਆਇੰਟ ਨੂੰ ਆਪਾਂ y ਐਕਸਿਸ ਤੇ ਰਿਫਲੈਕਟ ਕਰਾਵਾਂਗੇ ਇਹਦੇ ਵਿੱਚ ਕੋਈ ਚੇਂਜ ਨਹੀਂ ਆਏਗੀ ਠੀਕ ਹੈ 0, -3 ਹੈ ਤੇ ਕੀ ਰਹੇਗਾ ਬੇਟਾ y ਐਕਸਿਸ ਤੇ 0, -3 ਠੀਕ ਹੈ ਸੋ देयर विल बी नो चेंज ਜੇਕਰ ਹੋਰ ਚੰਗੀ ਤਰ੍ਹਾਂ ਸਮਝਣਾ ਤੇ ਪੁਆਇੰਟ ਲੈ ਲੈਣੇ ਆ ਬੇਟਾ ਠੀਕ ਹੈ ਆ 3, 0 ਵਾਲਾ ਮੈਂ ਪੁਆਇੰਟ ਲੈ ਲਿਆ ਠੀਕ ਹੈ ਆ ਚੀਜ਼ ਹੈਗੀ ਇੱਥੇ ਸਮਝੋ ਕਿ ਸਾਡਾ ਪੁਆਇੰਟ ਆ ਗਿਆ 3, 0 ਹੁਣ ਆਪਾਂ ਇਹਨੂੰ ਰਿਫਲੈਕਟ ਕਰਾਉਣਾ ਵਾ ਕਾਦੇ ਤੇ ਰਿਫਲੈਕਟ ਕਰਾਉਣਾ ਵਾ x ਐਕਸਿਸ ਤੇ x ਐਕਸਿਸ ਤੇ ਰਿਫਲੈਕਟ ਕਰਾਓਗੇ ਤੇ ਆਸ x ਐਕਸਿਸ ਆ ਇਹਨੇ ਮੂਵ ਹੋਣਾ ਸੀ ਇਹਨੇ 3 ਰਹਿਣਾ ਬਟ y ਵਾਲੇ ਨੇ ਉੱਪਰੋਂ ਕਿੱਥੇ ਹੋਣਾ ਸੀ ਨੀਚੇ 네ਗੇਟਿਵ ਹੋਣਾ ਸੀ ਬਟ y ਵਾਲਾ ਤੇ ਕੀ ਹੈਗਾ ਵਾ ਬੇਟਾ 0 ਸੋ ਸੇਮ ਜਗ੍ਹਾ ਤੇ ਹੀ ਰਹੇਗਾ ਸੋ देयर विल बी नो चेंज ਸੋ ਤੁਹਾਡੇ ਕੋਲ L1 ਕੀ ਆ ਗਿਆ x ਐਕਸਿਸ L2 ਕੀ ਆ ਗਈ ਬੇਟਾ y ਐਕਸਿਸ ਹੁਣ P ਤੇ Q ਨੂੰ ਰਿਫਲੈਕਟ ਕਰਾ ਦਿਓ ਕਾਦੇ ਤੇ L1 ਚ ਕੀ ਆ ਵਾ ਨੇ x ਐਕਸਿਸ ਤੇ ਸੋ ਜਦੋਂ ਇਹਨੂੰ x ਐਕਸਿਸ ਤੇ ਰਿਫਲੈਕਟ ਕਰਾਓਗੇ P ਡੈਸ਼ ਦੇ ਕੋਆਰਡੀਨੇਟ ਕੀ ਆ ਜਾਣਗੇ 3, -4 ਤੇ Q ਡੈਸ਼ ਦੇ ਕੋਆਰਡੀਨੇਟ ਕੀ ਆ ਜਾਣਗੇ ਬੇਟਾ -5, 2 ਠੀਕ ਹੈ ਬਹੁਤ ਹੀ ਜ਼ਿਆਦਾ ਈਜ਼ੀ ਹੈ ਪਹਿਲਾਂ ਆਪਾਂ L1 L2 ਦੀ ਵੈਲਿਊ ਫਾਈਂਡ ਆਊਟ ਕਰ ਲਈ ਦੈਟ ਇਜ਼ x ਐਕਸਿਸ ਆ ਗਈ L1 ਦੀ ਤੇ L2 ਦੀ ਕੀ ਆ ਗਈ y ਐਕਸਿਸ ਫਿਰ ਉਹਨੇ ਜਿਹੜਾ ਸੈਕੰਡ ਪਾਰਟ ਕਿਹਾ ਸੀ ਕਿ ਇਹਨੂੰ ਰਿਫਲੈਕਟ ਕਰਾਓ ਫਿਰ ਅੱਗੇ ਵੀ ਕਿਹਾ ਉਹਨੇ ਕਹਿੰਦਾ P ਡੈਸ਼ ਤੇ Q ਡੈਸ਼ ਨੂੰ ਰਿਫਲੈਕਟ ਕਰਾਓ ਕਾਦੇ ਤੇ L2 ਤੇ L2 ਦਾ ਤੁਹਾਡਾ ਕੀ ਆਇਆ ਬੇਟਾ y ਐਕਸਿਸ L2 ਕੀ ਆਇਆ ਵਾ ਬੇਟਾ y ਐਕਸਿਸ ਸੋ ਜੇ ਕਰਾਣਾ ਵਾ ਤੇ ਕਰਾ ਦਿਓ P ਡਬਲ ਡੈਸ਼ y ਐਕਸਿਸ ਤੇ ਰਿਫਲੈਕਟ ਕਰਾਓਗੇ ਹੁਣ ਤੇ x ਵਾਲਾ ਚੇਂਜ ਹੋ ਜਾਏਗਾ -3, -4 ਤੇ ਉਹਨੂੰ ਕਰਾਓਗੇ Q ਡਬਲ ਡੈਸ਼ ਤੁਹਾਡੇ ਕੋ ਕੀ ਆ ਜਾਏਗਾ ਬੇਟਾ 5, 2 ਠੀਕ ਹੈ ਤੇ ਜੇਕਰ ਉਹ ਪੁੱਛ ਲੈ ਕਿ ਸਿੰਗਲ ਟਰਾਂਸਫੋਰਮੇਸ਼ਨ ਦੱਸੋ ਕਿ ਜਿਹਦੇ ਵਿੱਚ ਆਪਾਂ P ਤੋਂ ਸਿੱਧਾ P ਡਬਲ ਡੈਸ਼ ਤੇ ਪਹੁੰਚ ਜਾਈਏ ਦੇਖੋ 3, 4 ਆ ਕੀ ਚਾਹੀਦਾ -3, 4 ਸੋ ਕਾਦੇ ਤੇ ਰਿਫਲੈਕਟ ਕਰਾਓਗੇ ਸਿੰਗਲ ਟਰਾਂਸਫੋਰਮੇਸ਼ਨ ਕਿਹੜੀ ਆਏਗੀ origin ਵਾਲੀ ਸੋ ਇੱਥੇ Q ਤੋਂ ਕਹਿੰਦਾ ਸਿੰਗਲ ਟਰਾਂਸਫੋਰਮੇਸ਼ਨ Q ਡਬਲ ਡੈਸ਼ ਤੇ ਉਹ ਵੀ origin ਦੇ ਕਿਉਂਕਿ ਦੋਨੇ ਸਾਈਨ ਕੀ ਕਰਨੇ ਨੇ ਬੇਟਾ ਚੇਂਜ ਸੋ ਤੁਹਾਡੀ ਸਿੰਗਲ ਟਰਾਂਸਫੋਰਮੇਸ਼ਨ ਕਿਹੜੀ ਆ ਜਾਏਗੀ ਬੇਟਾ origin ਦੇ ਠੀਕ ਹੈ ਬਹੁਤ ਹੀ ਜ਼ਿਆਦਾ ਈਜ਼ੀ ਹੈਗਾ ਵਾ ਠੀਕ ਹੈ ਇੱਕ ਹੋਰ ਕੁਐਸਚਨ ਲੈਣੇ ਆ ਕੁਐਸਚਨ ਨੰਬਰ 3
So I'm going to take the question number 3rd of exercise 12 of B. ठीक है, कहता था point P, A comma B, point P, A comma B is reflected in x-axis, is reflected in x-axis. कादे ते ਆਪਾਂ रिफ्लेक्ट कराया इनू बेटा x-axis ते, ठीक है, ते चेंज हो गया था देखो, that is point in the x-axis, that is P dash आ गया 5 -2 की आ गया बेटा 5 -2 कहता राइट द कोऑर्डिनेट्स ऑफ AB ਦੀ ਆਪਾਂ ਵੈਲਿਊ ਦੱਸਣੀ ਹੈ ਕੀ ਹੋਏਗੀ। ਠੀਕ ਹੈ ਬੇਟਾ, ਨਾਰਮਲੀ ਕੀ ਸੀ ਬੇਟਾ, ਆ ਚੀਜ਼ ਦਿੱਤੀ ਹੁੰਦੀ ਸੀ, ਕਹਿੰਦਾ ਉਹਨੂੰ x ਐਕਸਿਸ ਤੇ ਰਿਫਲੈਕਟ ਕਰਾਓ ਤੇ ਅਗਲੀ ਚੀਜ਼ ਕੱਢੋ। ਹੁਣ ਉਹਨੇ x ਐਕਸਿਸ ਤੇ ਰਿਫਲੈਕਟ ਕਰਾ ਕੇ ਚੀਜ਼ ਦਿੱਤੀ ਹੋਈ ਹੈ ਤੇ ਕਹਿੰਦਾ ਫਾਈਂਡ ਦਾ ਵੈਲਿਊ ਆਫ AB, ਯਾਨੀ ਕਿ ਉਲਟਾ ਪਿੱਛੇ ਨੂੰ ਜਾਣਾ। ठीक है, मीन्स आंसर दिता है तो की फाइंड आउट करना वा बेटा क्वेश्चन। सो सिंपली याद रखो, जो तुसी x एक्सिस से रिफ्लेक्ट कराउंदे जो कादा साइन चेंज करदे जो y वाला x वाला ते सेम ही रहंदा वा। सो p दे कोऑर्डिनेट जे x वाला सेम रहंदा, इथे x वाले दी वैल्यू कितनी है 5। सो a इज इक्वल टू कादे आ गया बेटा 5 दे, ते वैल्यू ऑफ b ਦਾ ਸਾਈਨ ਚੇਂਜ ਕਰਦੇ ਆ, ਜੇ ਇੱਥੇ -2 ਆ ਤੇ ਇੱਥੇ ਕੀ ਹੋਏਗਾ ਬੇਟਾ 2। ਸੋ ਵੈਲਿਊ ਆਫ b ਕਿੰਨੀ ਆ ਗਈ ਬੇਟਾ 2। ਸੋ p ਦੇ ਕੋਆਰਡੀਨੇਟ ਕੀ ਆ ਗਏ ਬੇਟਾ 5,2। ਸੋ ਐਦਾਂ ਦਾ ਕੁਐਸਚਨ ਵੀ ਆ ਸਕਦਾ ਵਾ ਵੇਅਰ ਦੇ ਕੈਨ ਗੋ ਸੇਜ਼ ਟੂ ਗੋ ਯੂ ਬੈਕਵਰਡ ਮੂਵ ਹੋਣਾ ਵਾ ਬੇਟਾ, 1 ਸਟੈਪ 2 ਸਟੈਪ ਵੀ ਹੋ ਸਕਦੇ ਨੇ। ਠੀਕ ਹੈ, ਸੋ ਇਸ ਤੋਂ ਬਾਅਦ ਉਹਨੇ ਸੈਕੰਡ ਪਾਰਟ 'ਚ ਇਹਦੇ ਕਿਹਾ, ਕਹਿੰਦਾ p ਡਬਲ ਡੈਸ਼ ਇਜ਼ ਦਾ ਇਮੇਜ ਆਫ ਅ p ਵੈਨ ਰਿਫਲੈਕਟਡ ਇਨ ਦਾ y ਐਕਸਿਸ। ਹੁਣ p ਡਬਲ ਡੈਸ਼ ਫਾਈਂਡ ਆਊਟ ਕਰਨਾ ਵਾ ਤੇ p ਨੂੰ ਰਿਫਲੈਕਟ ਕਰਾਉਣਾ ਵਾ ਕਾਦੇ ਵਿੱਚ ਬੇਟਾ y ਐਕਸਿਸ ਤੇ। ਕਾਦੇ ਤੇ ਰਿਫਲੈਕਟ ਕਰਾਉਣਾ ਵਾ ਬੇਟਾ y ਐਕਸਿਸ ਤੇ। ਠੀਕ ਹੈ, y ਐਕਸਿਸ ਤੇ ਕਰਾਓਗੇ ਤੇ that is equal to ਕਾਦੇ ਆ ਗਿਆ 5 -5,2 ਤੇ that's all, p ਡਬਲ ਡੈਸ਼ -5,2। ਠੀਕ ਹੈ, ਸੋ ਬਹੁਤ ਹੀ ਜ਼ਿਆਦਾ ਈਜ਼ੀ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ। ਸੋ ਯੂ ਕੈਨ ਏਬਲ ਟੂ ਸੋਲਵ ਥੀਸ ਕਾਈਂਡ ਆਫ ਕੁਐਸਚਨ। ਠੀਕ ਹੈ, ਗਾੜੀ 4th 5th 6th ਸਾਰੇ ਇਹਦੇ ਨਾਲ ਦੇ ਹੈਗੇ ਨੇ, ਸੋ ਟਰਾਈ ਟੂ ਸੋਲਵ them। ਠੀਕ ਹੈ, ਨਾਓ ਆਈ ਐਮ ਗੋਇੰਗ ਟੂ ਚੈੱਕ one question of graph। ठीक है, there is a question also come, so where you have to draw the graph। ठीक है, ग्राफ ड्रा करना ਹੁੰਦਾ ਵਾ, then you have to give the name of the figure। ਫਿਰ ਆਪਾਂ ਫਿਗਰ ਦਾ ਕੀ ਦੇਣਾ ਹੁੰਦਾ ਵਾ ਬੇਟਾ, ਨੇਮ ਵੀ ਦੇਣਾ ਹੁੰਦਾ ਵਾ। ਠੀਕ ਹੈ, ਬਹੁਤ ਜ਼ਿਆਦਾ ਈਜ਼ੀ ਹੈਗਾ ਵਾ। ਠੀਕ ਹੈ, I am taking a question number 17। ਕਹਿੰਦਾ plot use a graph to plot the following points on the graph। ਸਭ ਤੋਂ ਪਹਿਲਾਂ ਬੇਟਾ ਗ੍ਰਾਫ ਡਰਾ ਕਰਨਾ। ਠੀਕ ਹੈ, ਗ੍ਰਾਫ ਸਾਰਿਆਂ ਨੂੰ ਪਤਾ ਵੀ have done in the 9th class in a detail। ਸੋ ਸਿੰਪਲੀ ਆਪਾਂ ਇਦਾਂ ਲਾਈਨ ਲਗਾਵਾਂਗੇ। ਠੀਕ ਹੈ, ਸੋ ਉਹਦੇ ਉੱਪਰ ਆਪਾਂ ਜਿਹੜਾ ਵੀ ਤੁਹਾਨੂੰ ਉਹਨੇ ਦਿੱਤਾ ਹੋਵੇਗਾ, ਠੀਕ ਹੈ, ਜੇ x ਐਕਸਿਸ ਤੇ ਜਿੰਨਾ ਸੈਂਟੀਮੀਟਰਾਂ ਦੇ ਕਿਹਾ ਵਾ, ਜਿਵੇਂ 2 ਸੈਂਟੀਮੀਟਰ ਇਜ਼ ਇਕੁਅਲ ਟੂ 1 ਯੂਨਿਟ, ਮੀਨਸ ਕਿ 2 ਸੈਂਟੀਮੀਟਰਾਂ ਬਾਅਦ ਇੱਕ ਪੁਆਇੰਟ ਲਾਣਾ ਵਾ। ਠੀਕ ਹੈ, ਸਕੇਲ ਲੈ ਕੇ ਮੈਜ਼ਰ ਕਰਕੇ ਫਰੋਮ ਹੇਅਰ। ਠੀਕ ਹੈ, ਜੇ 2 ਸੈਂਟੀਮੀਟਰਾਂ ਬਾਅਦ ਉਹਨੇ ਕਿਹਾ 1 ਯੂਨਿਟ, ਸੋ ਇੱਥੋਂ ਸਕੇਲ ਲੈ ਕੇ 2 ਸੈਂਟੀਮੀਟਰ ਮੈਜ਼ਰ ਕਰਕੇ ਜਾਂ 2 ਬਾਕਸਿਸ ਛੱਡ ਕੇ ਆਪਣੇ ਗ੍ਰਾਫ ਦੇ, ਡਿਪੈਂਡ ਕਰਦਾ ਵਾ ਔਨ ਦਾ ਗ੍ਰਾਫ। ਕੁਝ ਬਾਕਸਿਸ 1 ਸੈਂਟੀਮੀਟਰ ਦੇ ਹੁੰਦੇ ਨੇ, ਕੁਝ ਬਾਕਸਿਸ ਕੀ ਹੁੰਦੇ ਨੇ 2 ਸੈਂਟੀਮੀਟਰ ਦੇ। ਸੋ ਬੈਸਟ ਵੇ ਇਜ਼ ਟੂ ਟੇਕ ਯੂਅਰ ਸਕੇਲ ਲੈ ਲਓ। ਠੀਕ ਹੈ, ਸੈਂਟਰ ਤੇ ਆ 0 0 ਹੋ ਗਿਆ, ਫਿਰ ਆਪਾਂ 2 ਸੈਂਟੀਮੀਟਰ ਬਾਅਦ ਕੀ ਲਾ ਲੈਣਾ 1, ਫਿਰ 2 ਬਾਅਦ ਕੀ ਲਾ ਲੈਣਾ ਬੇਟਾ 2, ਫਿਰ 2 ਬਾਅਦ 3, ਫਿਰ ਕਿੰਨਾ ਹੋ ਗਿਆ 4 5 ਤੇ ਫਿਰ ਕੀ ਹੋ ਗਿਆ ਬੇਟਾ 6। ਇਧਰ ਨੂੰ ਯੂ ਵਿਲ ਗੈਟ -1 2 2 ਸੈਂਟੀਮੀਟਰ ਬਾਅਦ -2 -3। ਠੀਕ ਹੈ, oh sorry, not here we will not get, this is the y positive ਆ ਗਿਆ ਤੁਹਾਡੇ ਕੋਲ। ਠੀਕ ਹੈ, 1 2 3 ਆ ਗਿਆ। ਸੋ ਇਧਰ ਨੂੰ ਵੀ ਮੂਵ ਹੋ ਜਾਓ, that is -1 ਸਾਰਿਆਂ ਪਾਸੇ ਡਿਸਟੈਂਸ ਸੇਮ ਰੱਖਣਾ, -2 -3 ਨੀਚੇ ਨੂੰ -1 -2 ਤੇ -3। ਠੀਕ ਹੈ, ਫਸਟ ਆਫ ਆਲ ਗ੍ਰਾਫ ਡਰਾ ਕਰ ਲਿਆ ਬੇਟਾ। ਠੀਕ ਹੈ, ਸੋ ਗ੍ਰਾਫ ਡਰਾ ਕਰਨ ਤੋਂ ਬਾਅਦ ਨਾਓ ਵੀ ਵਿਲ ਮੂਵ ਟੂ ਦਾ ਪੁਆਇੰਟਸ। ਕਹਿੰਦਾ ਕਿ A ਪੁਆਇੰਟ ਲਾਓ 0,4। A ਪੁਆਇੰਟ ਕੀ ਹੈਗਾ ਵਾ 0,4। ਸੋ x ਵਾਲਾ 0 ਤੇ y ਵਾਲਾ 4। ਸੋ ਹੇਅਰ 3 ਤੋਂ ਬਾਅਦ ਆਪਾਂ ਇੱਥੇ ਕੀ ਲਾ ਲਿਆ ਬੇਟਾ 4 ਲਗਾ ਲਿਆ। ਠੀਕ ਹੈ, ਸੋ A ਪੁਆਇੰਟ ਇੱਥੇ ਆ ਗਿਆ ਤੁਹਾਡਾ, ਇੱਥੇ ਬ੍ਰੈਕਟ 'ਚ ਲਿਖ ਦੇਣਾ A 0,4 ਗ੍ਰਾਫ ਦੇ ਉੱਪਰ। ਠੀਕ ਹੈ, ਨੈਕਸਟ B ਪੁਆਇੰਟ, B is 2,3, x ਵਾਲਾ 2 ਤੇ y ਵਾਲਾ 3। ਸੋ B ਆ ਗਿਆ 2,3, ਇੱਥੇ ਆ ਗਿਆ ਤੁਹਾਡੇ ਕੋ x ਵਾਲਾ 2 3, ਸੋ 2 3 ਇੱਥੇ ਪੁਆਇੰਟ ਆ ਗਿਆ ਸਾਡਾ, that is B is equal to ਕਾਦੇ ਆ ਗਿਆ 2,3 ਦੇ। ਠੀਕ ਹੈ, C ਪੁਆਇੰਟ ਆ ਗਿਆ 1,1, ਦੋਨੇ 1 1 ਬੇਟਾ
बहुत ही ज्यादा इजी है, ठीक है। उत्थे बस देख देख के पॉइंट लाए जाने, यू विल गेट द मार्क्स फॉर दिस ओनली पॉइंटिंग। ते डी पॉइंट आ गया बेटा 2,0 x2 ते y0, सो इत्थे तुहाडे कोल डी पॉइंट आ गया बेटा x2 y0, सो डी पॉइंट आ गया 2,0। नेक्स्ट स्टेप दे विच बेटा वो की कहंदा वा रिफ्लेक्ट द पॉइंट बी सी डी इन द वाई एक्सिस। किनू किनू आपां रिफ्लेक्ट कराउणा वा, बी सी ते डी नू कादे कादे विच बेटा रिफ्लेक्ट कराउणा वा, वाई एक्सिस दे विच। कादे विच, वाई एक्सिस दे विच। सो वी हैव टू रिफ्लेक्ट द पॉइंट बी सी डी इन द वाई एक्सिस। बी सी डी नू कादे विच रिफ्लेक्ट कराउणा वा, वाई एक्सिस दे विच। हुण बी पॉइंट देखो बेटा तुहाडा की सी 2,3, सो जो इनू वाई एक्सिस च करवाओगे तो की आ जाएगा -2,3, -2,3। फिर की आ जाएगा सी नू रिफ्लेक्ट कराउणा वाई एक्सिस ते, ਇਹਦੇ ਚ भी x वाला चेंज हो जाएगा -1,1 ਤੇ डी नू भी बेटा ਆਪਾਂ रिफ्लेक्ट ਕਰਨ ਦੇ कराउणा वा वाई एक्सिस ते, ਉਹ भी ਤੁਹਾਡੇ ਕੋਲ ਕੀ ਆ ਜਾਏਗਾ बेटा -2,0। ठीक है, x वाले सारिਆਂ ਦੇ ਕੋਆਰਡੀਨੇਟ ਚੇਂਜ ਕਰਤੇ। ਫਿਰ ਅਗਲੇ ਸਟੈਪ ਦੇ ਵਿੱਚ ਕਹਿੰਦਾ ਵਾ एंड राइट डाउन द कोऑर्डिनेट्स, ठीक है। ते आपां इनू भी ग्राफ दे ऊपर ड्रा कर लेना, ठीक है। ग्राफ ते ड्रा करोगे b डैश आ गया, c डैश ते d डैश बन गया तुहाडे कोल -2,3 x -2 ते y3 बेटा इत्थे आ जाएगा तुहाडे कोल पॉइंट दैट इज b डैश -2,3। फिर तुहाडे कोल c डैश आ गया -1,1, सो इत्थे आ गया तुहाडे कोल दैट इज c -1,1, इनू c डैश आ गया ते d आ गया दैट इज इक्वल टू कादे आ गया बेटा d डैश -2,0, ठीक है। वी हैव राइट ऑल द पॉइंट्स, सारे कोऑर्डिनेट लिख लेने, ठीक है। सब तो पहला फर्स्ट ऑफ ऑल ग्राफ ड्रा किया, फिर उन्हें कहा कि ग्राफ ते पॉइंट लगा दो बेटा केड़े a b c d। फिर वो कहंदा कि b c d नू रिफ्लेक्ट कराओ कादे ऊपर बेटा वाई एक्सिस ते। सो जेड़े जेड़े उन्हें कहे रिफ्लेक्ट कराते ते लास्ट दे विच बेटा हुण कहंदा कि जॉइन द पॉइंट्स, जिवें उन्हें नाम दिता वा बेटा उदां ही जॉइन करने ने, ठीक है। कहंदा a b c, फिर उस तो बाद की कहंदा वा d डैश c डैश ते b डैश। इन्हां नू आपां जॉइन करना बेटा आपस दे विच, पहला a नू b दे नाल, ठीक है। मैं a नू कादे नाल जॉइन कर लिया बेटा b नाल, b नू कादे नाल करना बेटा c नाल, फिर c नू कादे नाल करना बेटा d नाल, एज दे सेड इन द क्वेश्चन उदां उदां आपां करना वा जॉइन, ठीक है। फिर d नू उन्हें कादे नाल किया वा d डैश नाल, ऑलरेडी जॉइन है बेटा बाय x एक्सिस दे विच, ठीक है। फिर d डैश नू उन्हें कादे नाल किया वा बेटा c डैश नाल, c डैश नू कादे नाल किया वा बेटा b डैश नाल, ते फिर लास्ट दे विच बेटा b डैश लास्ट वाले नू फिर पहले वाले नाल a दे नाल जॉइन कर देना, ठीक है। सो दिस इज ऑल, ठीक है। डायग्राम थोड़ी जी बेटा क्योंकि दिस इज ऑन अ बोर्ड, सो जेकर तुसी ग्राफ दे ऊपर बनाओगे ऑल विल बी पॉइंट्स विल बी वेरी वेल। सो ये तुहाडे कोल एक बेटा डायग्राम बन गई, ठीक है। सो केड़ी डायग्राम, सो देन यू हैव टू गिव द नेम ऑफ दिस, ठीक है। नेम देना वा इहदा बेटा केड़ी डायग्राम बनी हुई है, ठीक है। नेमिंग करनी है कि इहदा कोई नेम दो कि केड़ी हैगी है। सो इत्थे आपां b डैश ले लिया दैट इज -2,3, सो इनू जॉइन कर लिया, सो दैट्स ऑल, ठीक है। इफ यू लुक इट इज लाइक अ काइट, ठीक है। इनू तुसी काइट भी कह सकते जो बेटा, ठीक है। कोई होर नेम, ठीक है। सो इट कैन बी लाइक अ काइट भी कह सकते जो, क्योंकि काइट भी इदां दी हुंदी है, ठीक है। देयर इज अ, सो द नेम ऑफ द फिगर इज काइट, ठीक है। सो ਇਹਦੇ ਵਿੱਚ बेटा already they have given us a line of a symmetry, ठीक है। line of symmetry see, but that is not in our syllabus. So wherever they have said find the line of symmetry, you don't have to find the line of symmetry because the line of symmetry is not more in our syllabus, ठीक है। They have written, so which is a closed figure, write the figure exactly coincide, ठीक है। So ਆਪਾਂ ਉਹਦਾ ਦੇਣ ਦੀ ਕੋਈ ਲੋੜ ਨਹੀਂ ਹੈਗੀ ਲਾਈਨ ਆਫ ਸਿਮੈਟਰੀ। ਸੋ ਸਿੰਪਲੀ ਬੇਟਾ ਜੋ ਕਿਹਾ ਗ੍ਰਾਫ ਤੇ ਡਰਾ ਕਰ ਲਓ ਜਿਹੜੇ ਕੁਐਸਚਨ ਕਹੇ ਨੇ, ਸੋ ਇਹਦੇ ਨਾਲ ਦੇ ਕੁਐਸਚਨ ਟਰਾਈ ਟੂ ਸੋਲਵ ਇਟ। ਸੋ ਆਲਮੋਸਟ ਚੈਪਟਰ ਖਤਮ ਹੋ ਗਿਆ। ਇਫ देयर इज एनी प्रॉब्लम यू कैन टेल मी, अदरवाइज वी विल स्टार्ट आवर नेक्स्ट चैप्टर। थैंक यू।